ਸਵਾਗਤ ਹੈ ਜੀ ਤੁਹਾਡਾ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਭਾਈ ਵੀਰ ਸਿੰਘ ਜੀ ਬਾਰੇ ਪੜਾਂਗੇ। ਈਟੀਟੀ ਸੈਕੰਡ ਪੇਪਰ ਦੇ ਲਈ ਬਹੁਤ ਇੰਪੋਰਟੈਂਟ ਹੈ ਤੇ ਮਾਸਟਰ ਕੇਡਰ ਦੋਨਾਂ ਦੇ ਲਈ ਇੰਪੋਰਟੈਂਟ ਆ ਤੇ ਹੋਰ ਵੀ ਪੰਜਾਬੀ ਦੇ ਪੇਪਰਾਂ ਵਿੱਚ ਭਾਈ ਵੀਰ ਸਿੰਘ ਜੀ ਬਾਰੇ ਆਉਂਦਾ ਆ। ਤਾਂ ਆਪਾਂ ਵੈਸੇ ਵੀ MCQ ਲੜੀ ਸ਼ੁਰੂ ਕੀਤੀ ਹੋਈ ਹੈ ਤੇ ਉਹਦੇ ਵਿੱਚ ਸਾਡੇ ਕਾਫੀ ਪ੍ਰਸ਼ਨ ਜਿਹੜੇ ਨੇ ਉਹ ਹੋ ਗਏ ਨੇ। ਤਾਂ ਆਪਾਂ ਇੱਕ ਟੌਪਿਕ 'ਤੇ ਵੀ ਆਪਾਂ ਅੱਜ ਚਰਚਾ ਕਰ ਲਈਏ। ਆਪਾਂ ਰੋਜ਼ ਇੱਕ ਕਵੀ ਕਰ ਲਿਆ ਕਰਨਾ ਇਸ ਤਰ੍ਹਾਂ, ਕੱਲ੍ਹ ਹੋਰ ਕਰਾਂਗੇ, ਠੀਕ ਹੈ ਜੀ। ਅੱਜ ਕਰਦੇ ਹਾਂ ਭਾਈ ਵੀਰ ਸਿੰਘ ਜੀ। ਤਾਂ ਕੋਈ ਵੀ ਸਾਇੰਸ ਵਾਲਾ ਸਟੂਡੈਂਟ ਜਿਹੜਾ ETT ਵਾਲਾ ਆ ਉਹ ਜ਼ਰੂਰ ਸੁਣਨ, ਠੀਕ ਹੈ ਜੀ। ਮਾਸਟਰ ਕੇਡਰ ਵੀ ਸੁਣਨ, ਤਾਂ ਆਪਣੇ ਸਾਰੇ ਹੀ ਸੁਣਨ, ਠੀਕ ਹੈ ਜੀ, ਤਾਂ ਕਿ ਕਿਸੇ ਦਾ ਵੀ ਕੋਈ ਰਹਿ ਨਾ ਜਾਵੇ ਬਸ। ਹਾਂਜੀ, ਬਾਕੀ ਪੋਸਟਾਂ ਆ ਜਾਣੀਆਂ ਆ, ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਆ। ਅਤੇ ਤਿਆਰੀ ਦਾ ਆਹੀ ਟਾਈਮ ਹੈ ਜਦੋਂ ਸਾਰੇ ਖੜ ਜਾਂਦੇ ਆ ਨਾ, ਜਦੋਂ ਸਾਰੇ ਪਿਛਲੀ ਵਾਰੀ ਵੀ ਇਹੀ ਹਾਲ ਸੀ, ਲੋਕਡਾਊਨ ਲੱਗਾ ਹੋਇਆ ਸੀ, ਉਦੋਂ ਸੀਗਾ ਪੇਪਰ ਨਹੀਂ ਹੁੰਦਾ। ਹੁਣ ਵੀ ਇੱਦਾਂ ਹੀ ਆ, ਪੋਸਟਾਂ ਨਹੀਂ ਆਉਂਦੀਆਂ ਅਤੇ ਆਉਣੀਆਂ ਵੀ ਪਟੱਕ ਦੇਣੀਆਂ, ਅਤੇ ਫਿਰ ਉਦੋਂ ਟਾਈਮ ਵੀ ਨਹੀਂ ਮਿਲਣਾ ਪੜ੍ਹਨ ਦਾ। ਇਸ ਕਰਕੇ ਆਹੀ ਵਕਤ ਹੈ ਜਿਸ ਨੂੰ ਅਸੀਂ ਵਿਹਲਾ ਕਹਿ ਰਹੇ ਹਾਂ, ਬੇਕਾਰ ਕਹਿ ਰਹੇ ਹਾਂ ਕਿ ਕੁਛ ਵੀ ਨਹੀਂ ਕਰਨ ਦਾ ਫਾਇਦਾ। ਇੱਥੇ ਹੀ ਫਾਇਦਾ ਹੈ, ਜਿਹਨੇ ਇੱਥੇ ਕਰ ਲਿਆ ਇੱਥੋਂ ਹੀ ਫਾਇਦਾ ਮਿਲਣਾ ਹੈ, ਠੀਕ ਹੈ ਜੀ। ਚਲੋ ਕਰਦੇ ਹਾਂ ਜੀ। ਭਾਈ ਵੀਰ ਸਿੰਘ ਜੀ ਪ੍ਰਮੁੱਖ ਆਧੁਨਿਕ ਕਵੀ, ਠੀਕ ਹੈ ਜੀ। ਅਤੇ ਜੀਵਨ ਬਾਰੇ ਇਹਨਾਂ ਬਾਰੇ ਪੜ੍ਹ ਲਈਏ। ਪਹਿਲਾਂ ਭਾਈ ਵੀਰ ਸਿੰਘ ਦਾ ਜਨਮ ਪਤਾ ਹੋਣਾ ਚਾਹੀਦਾ, ਆਪਾਂ ਕਰ ਵੀ ਲਿਆ ਇਹ ਕੁਐਸਚਨ। 5 ਦਸੰਬਰ 1872 ਈਸਵੀ ਨੂੰ ਭਾਈ ਵੀਰ ਸਿੰਘ ਦਾ ਜਨਮ ਹੋਇਆ ਸੀਗਾ। ਇਹਨਾਂ ਦੇ ਪਿਤਾ ਹਨ ਡਾਕਟਰ ਚਰਨ ਸਿੰਘ ਜੀ ਅਤੇ ਮਾਤਾ ਸ਼੍ਰੀਮਤੀ ਉੱਤਮ ਕੌਰ ਜੀ, ਠੀਕ ਹੈ ਜੀ। ਅਤੇ ਭਾਈ ਵੀਰ ਸਿੰਘ ਜੀ ਦੇ ਬਾਬਾ ਭਾਈ ਕਾਨ੍ਹ ਸਿੰਘ, ਨਾਨਾ ਗਿਆਨੀ ਹਜ਼ਾਰਾ ਸਿੰਘ ਅਤੇ ਪਿਤਾ ਪੂਰੇ ਗੁਰਸਿੱਖ ਅਤੇ ਸੰਸਕ੍ਰਿਤ, ਬ੍ਰਜ ਭਾਸ਼ਾ ਅਤੇ ਉਰਦੂ ਫਾਰਸੀ ਦੇ ਮੰਨੇ ਪ੍ਰਮੰਨੇ ਵਿਦਵਾਨ ਸਨ, ਠੀਕ ਹੈ ਜੀ। ਉਹਨਾਂ ਦੇ ਘਰ 'ਚ ਇਸ ਤਰ੍ਹਾਂ ਦਾ ਮਾਹੌਲ ਸੀਗਾ ਅਤੇ ਇਸ ਲਈ ਭਾਈ ਵੀਰ ਸਿੰਘ ਨੇ ਆਪਣੇ ਘਰ ਵਿੱਚੋਂ ਹੀ ਸਾਹਿਤ ਅਤੇ ਸਾਹਿਤ ਰਚਨਾ ਬਾਰੇ ਡੂੰਘਾ ਪ੍ਰਭਾਵ ਪ੍ਰਾਪਤ ਜਿਹੜਾ ਹੈ ਕੀਤਾ ਹੈ। ਜਦੋਂ ਘਰ ਵਿੱਚ ਕੁਛ ਇਸ ਤਰ੍ਹਾਂ ਦਾ ਮਾਹੌਲ ਹੋਵੇ ਤਾਂ ਬੱਚੇ 'ਤੇ ਉਹ ਪ੍ਰਭਾਵ ਪੈਂਦਾ ਹੀ ਪੈਂਦਾ ਆ। ਤਾਂ ਜਿਸ ਤਰ੍ਹਾਂ ਉਹਨਾਂ ਦੇ ਘਰ 'ਚ ਦੇਖੋ, ਪਹਿਲਾਂ ਹੀ ਉਹਨਾਂ ਦੇ ਦਾਦਾ ਜੀ, ਨਾਨਾ ਜੀ, ਉਹਨਾਂ ਦੇ ਪਿਤਾ ਆਪ ਹੀ ਉਰਦੂ ਫਾਰਸੀ ਦੇ ਵਿਦਵਾਨ ਹਨ, ਤਾਂ ਫਿਰ ਭਾਈ ਵੀਰ ਸਿੰਘ 'ਤੇ ਪ੍ਰਭਾਵ ਤਾਂ ਪੈਣਾ ਹੀ ਸੀ। ਭਾਈ ਵੀਰ ਸਿੰਘ ਖੁਦ ਪੰਜਾਬੀ ਦੇ ਨਾਲ ਉਰਦੂ, ਫਾਰਸੀ, ਸੰਸਕ੍ਰਿਤ ਅਤੇ ਬ੍ਰਜ ਭਾਸ਼ਾ ਦੇ ਚੰਗੇ ਗਿਆਤਾ ਹੈ। ਉਹਨਾਂ ਨੂੰ ਕਾਫੀ ਗਿਆਨ ਹੈ ਇਹਨਾਂ ਭਾਸ਼ਾਵਾਂ ਦਾ, ਠੀਕ ਹੈ ਜੀ। ਉਰਦੂ, ਫਾਰਸੀ, ਸੰਸਕ੍ਰਿਤ ਅਤੇ ਬ੍ਰਜ ਭਾਸ਼ਾ ਦਾ। ਅਤੇ ਹੁਣ ਦੇਖੋ ਬਈ ਅੱਗੇ ਆਪ ਦੀ ਸਕੂਲੀ ਵਿੱਦਿਆ ਕੇਵਲ 10ਵੀਂ ਤੱਕ ਹੈ। ਦੇਖ ਲਓ, ਭਾਈ ਵੀਰ ਸਿੰਘ ਜੀ ਕੇਵਲ 10 ਕਲਾਸਾਂ ਹੀ ਪੜ੍ਹੇ ਆ, ਤਾਂ ਇੰਨਾ ਜ਼ਿਆਦਾ ਇੰਨੇ ਵੱਡੇ ਵਿਦਵਾਨ ਨੇ। ਅਤੇ ਆਪਾਂ ਅੱਜ ਕੱਲ੍ਹ ਕੀ ਕਰਦੇ ਹਾਂ, ਸਿਰਫ ਡਿਗਰੀਆਂ ਮੈਟਰ ਨਹੀਂ ਕਰਦੀਆਂ ਹੈਗੀਆਂ। ਵੈਸੇ ਇੱਥੋਂ ਸਿੱਖਣ ਨੂੰ ਮਿਲਦਾ ਕਿ ਡਿਗਰੀ ਮੈਟਰ ਨਹੀਂ ਕਰਦੀ, ਠੀਕ ਹੈ ਨਾ। ਆਪਾਂ ਜੇ ਕੁਛ ਸਿੱਖਣਾ ਹੋਵੇ ਤਾਂ ਜ਼ਰੂਰੀ ਨਹੀਂ ਕਿ ਉਹਦੇ ਲਈ ਡਿਗਰੀਆਂ ਹੀ ਹੋਣੀਆਂ ਜ਼ਰੂਰੀ ਆ। 10 ਪੜ੍ਹ ਕੇ ਭਾਈ ਵੀਰ ਸਿੰਘ ਜੀ ਦੇਖੋ ਕਿੱਥੇ ਪਹੁੰਚੇ ਹੋਏ ਨੇ। ਅਤੇ ਇਹਦਾ ਮਤਲਬ ਇਹ ਵੀ ਨਹੀਂ ਆ ਕਿ ਆਪਾਂ ਪੜ੍ਹਨਾ ਨਹੀਂ ਆ, ਠੀਕ ਹੈ। ਨਹੀਂ, ਪੜ੍ਹਨਾ ਤਾਂ ਹੈ ਹੀ ਹੈ। ਮਤਲਬ ਕੋਈ ਇਹ ਨਾ ਕਵੇ ਕਿ ਮੈਂ ਘੱਟ ਪੜ੍ਹਿਆ ਆ ਜਾਂ ਜ਼ਿਆਦਾ ਪੜ੍ਹਿਆ ਆ। ਤਾਂ ਮਤਲਬ ਡਿਗਰੀ ਮੈਟਰ ਨਹੀਂ ਕਰਦੀ, ਮਿਹਨਤ ਮੈਟਰ ਕਰਦੀ ਕਿ ਤੁਸੀਂ ਮਿਹਨਤ ਕਿੰਨੀ ਕਰਦੇ ਆ। ਆਪਾਂ ਮਿਹਨਤ ਕਿੰਨੀ ਕਰਦੇ ਹਾਂ ਆਪਣੇ ਵਿਸ਼ੇ ਲਈ ਜਾਂ ਆਪਣੇ ਮਕਸਦ ਦੇ ਲਈ, ਆਪਣੀ ਮੰਜ਼ਿਲ ਦੇ ਲਈ। 10ਵੀਂ ਤੋਂ ਬਾਅਦ ਆਪਣੇ ਆਪ ਨੂੰ ਪੰਜਾਬੀ ਸਾਹਿਤ ਵੱਲ ਰੁਚਿਤ ਕਰ ਲਿਆ ਸੀ, ਠੀਕ ਹੈ ਜੀ। ਅਤੇ ਨਵੰਬਰ 1891 ਵਿੱਚ ਵਜ਼ੀਰ ਹਿੰਦ ਪ੍ਰੈਸ ਜਿਹੜਾ ਇਹਨਾਂ ਨੇ ਲਾਇਆ ਸੀ, ਇਹ ਵੀ ਆਪਾਂ ਕੁਐਸਚਨ ਕੀਤਾ ਕਿ ਵਜ਼ੀਰ ਹਿੰਦ ਪ੍ਰੈਸ ਕਿਸ ਨੇ ਲਾਇਆ ਹੈ? ਭਾਈ ਵੀਰ ਸਿੰਘ ਜੀ ਨੇ। 1894 ਵਿੱਚ ਖਾਲਸਾ ਟਰੈਕਟ ਸੁਸਾਇਟੀ ਬਣਾ ਕੇ ਆਪ ਨੇ 2 ਪੱਤਰ ਜਾਰੀ ਕੀਤੇ। ਕਿਹੜੇ ਬਈ? ਨਿਰਗੁਣਿਆਰਾ, ਠੀਕ ਹੈ ਜੀ। ਅਤੇ 1899 ਵਿੱਚ ਖਾਲਸਾ ਸਮਾਚਾਰ ਨਾਂ ਦਾ ਪੱਤਰ ਵੀ ਜਾਰੀ ਕੀਤਾ, ਠੀਕ ਹੈ ਜੀ। 2 ਪੱਤਰ ਯਾਦ ਕਰ ਲੈਣਾ ਇਹਨਾਂ ਨੂੰ ਧਿਆਨ ਦੇ ਨਾਲ। ਵੈਸੇ ਆਪਾਂ ਕਰਾਂਗੇ, ਮੈਂ MCQ 'ਚ ਇਹ ਕਰਵਾਵਾਂਗੀ, ਇਹ ਹਜੇ ਆਪਾਂ ਥਿਊਰੀ ਪੜ੍ਹ ਰਹੇ ਹਾਂ, ਠੀਕ ਹੈ ਜੀ। ਅਤੇ ਬਸ ਤੁਸੀਂ ਇਹਨੂੰ ਇੱਕ ਵਾਰੀ ਸੁਣ ਲੈਣਾ। MCQ ਇਹਦੇ ਮੈਂ ਤੁਹਾਨੂੰ ਬਣਾ ਕੇ ਦੇਵਾਂਗੀ, ਠੀਕ ਹੈ ਜੀ। ਤੁਸੀਂ ਬਸ ਆਪਣਾ ਕਰਦੇ ਰਹਿਣਾ ਕੰਮ। ਆਪ ਦਾ ਦੇਹਾਂਤ ਨੋਟ ਕਰਨਾ ਕਿੰਨਾ ਹੈ ਵੀ 10 ਜੂਨ 1957 ਦੇ ਵਿੱਚ ਇਹਨਾਂ ਦਾ ਦੇਹਾਂਤ ਹੋਇਆ। ਸਮਾਂ ਆਪਾਂ ਨੋਟ ਕੀਤਾ ਹੋਇਆ ਹੈ 1872 ਤੋਂ 1957 ਤੱਕ ਦਾ ਭਾਈ ਵੀਰ ਸਿੰਘ ਦਾ ਸਮਾਂ ਆ, ਠੀਕ ਹੈ ਜੀ। ਤਾਂ ਇਹ ਨੋਟ ਕਰ ਲੈਣਾ। ਅਤੇ ਭਾਈ ਵੀਰ ਸਿੰਘ ਜਿਹੜੇ ਸੀਗੇ ਪੰਜਾਬੀ ਦੇ ਬਹੁਪੱਖੀ ਲੇਖਕ ਸੀਗੇ, ਠੀਕ ਹੈ ਜੀ। ਤਾਂ ਦੇਖੋ ਵੀ ਅੱਗੇ ਕੀ ਹੈ, ਇਹਨਾਂ ਦੀਆਂ ਕਾਵਿ ਰਚਨਾਵਾਂ ਬਾਰੇ ਪੜ੍ਹ ਲਈਏ। ਦੇਖੋ, ਭਾਈ ਵੀਰ ਸਿੰਘ ਜੀ ਨੇ ਕਵਿਤਾ ਵੀ ਲਿਖੀ, ਨਾਵਲ, ਵਾਰਤਕ, ਨਾਟਕ ਦੇ ਖੇਤਰ ਵਿੱਚ ਕਾਫੀ ਮਾਤਰਾ ਵਿੱਚ ਇਹਨਾਂ ਨੇ ਕੰਮ ਕੀਤਾ ਹੈਗਾ ਹੈ, ਠੀਕ ਹੈ ਜੀ। ਅਤੇ ਇੱਥੇ ਹੁਣ ਆਪਾਂ ਇਹਨਾਂ ਦੀਆਂ ਸਿਰਫ ਉਹਨਾਂ ਦੀਆਂ ਕਾਵਿਕ ਰਚਨਾਵਾਂ ਨੇ, ਦੇਖੀਏ ਕੀ ਦੇਖਦੇ ਆਪਾਂ। ਹਾਂਜੀ, ਰਾਣਾ ਸੂਰਤ ਸਿੰਘ ਉਹਨਾਂ ਦਾ ਮਹਾਂਕਾਵਿ ਹੈ। ਲਹਿਰਾਂ ਦੇ ਹਾਰ, ਮਟਕ ਹੁਲਾਰੇ,
ਠੀਕ ਹੈ ਜੀ। ਬਿਜਲੀਆਂ ਦੇ ਹਾਰ, ਪ੍ਰੀਤ ਵੀਣਾ, ਕੰਬਦੀ ਕਲਾਈ, ਮੇਰੇ ਸਾਈਆਂ ਜੀਓ, ਇਹ ਉਹਨਾਂ ਦੀਆਂ ਕਵਿਤਾਵਾਂ ਦੀਆਂ ਕਿਤਾਬਾਂ ਹਨ। ਕਾਵ ਸੰਗ੍ਰਹਿ, ਠੀਕ ਹੈ ਜੀ। ETT ਸਾਇੰਸ ਵਾਲੇ ਸੁਣ ਲੈਣਾ, ਕਾਵ ਸੰਗ੍ਰਹਿ ਕਵਿਤਾਵਾਂ ਦੀਆਂ ਪੁਸਤਕਾਂ, ਠੀਕ ਹੈ ਜੀ। ਮੇਰੇ ਸਾਈਆਂ ਜੀਓ ਨੂੰ ਭਾਰਤੀ ਸਾਹਿਤ ਅਕਾਦਮੀ, ਹਾਂ ਮੇਰੇ ਸਾਈਆਂ ਜੀ ਨੂੰ ਆਪਾਂ ਕੀਤਾ ਨਾ ਪ੍ਰਸ਼ਨ ਲੜੀ ਦੇ ਵਿੱਚ, ਜਦੋਂ ਆਪਾਂ ਟੈਸਟਾਂ ਵਿੱਚ ਪ੍ਰਸ਼ਨ ਕਰਦੇ ਹਾਂ ਕਿ ਮੇਰੇ ਸਾਈਆਂ ਜੀਓ ਨੂੰ ਅਵਾਰਡ ਮਿਲਿਆ ਭਾਰਤੀ ਸਾਹਿਤ ਅਕਾਦਮੀ, ਭਾਈ ਵੀਰ ਸਿੰਘ ਜੀ ਦੀ ਕਿਤਾਬ, ਠੀਕ ਹੈ ਜੀ। 5000 ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਮਾਂ ਵੀ ਨੋਟ ਕਰ ਲੈਣਾ, ਠੀਕ ਹੈ ਜੀ। 1949 ਵਿੱਚ ਆਪ ਦੀ ਸਾਹਿਤ ਦੀ ਸੇਵਾ ਨੂੰ ਮੁੱਖ ਰੱਖਦਿਆਂ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਸੀ, ਠੀਕ ਹੈ ਜੀ। ਅੱਗੇ ਵੀ 1952 ਦੇ ਵਿੱਚ ਆਪ ਨੂੰ ਜਿਹੜਾ ਹੈ ਪੰਜਾਬ ਵਿਧਾਨ ਪਰਿਸ਼ਦ ਦਾ ਮੈਂਬਰ ਨਿਯੁਕਤ ਕੀਤਾ, ਇਹ ਪਤਾ ਹੋਣਾ ਚਾਹੀਦਾ ਹੈ, ਠੀਕ ਹੈ ਜੀ। 25 ਜਨਵਰੀ 1956 ਦੇ ਵਿੱਚ ਪਦਮ ਭੂਸ਼ਣ ਅਵਾਰਡ ਵੀ ਮਿਲਿਆ, ਬਹੁਤ ਵੱਡਾ ਅਵਾਰਡ ਹੈ ਇਹ ਵੀ, ਠੀਕ ਹੈ ਜੀ। ਇਹ ਯਾਦ ਹੋਣਾ ਚਾਹੀਦਾ ਕਿ ਪਦਮ ਭੂਸ਼ਣ ਅਵਾਰਡ ਕਦੋਂ ਮਿਲਿਆ, ਭਾਈ ਵੀਰ ਸਿੰਘ ਨੂੰ ਮਿਲਿਆ ਹੈ, ਠੀਕ ਹੈ ਜੀ। ਅੱਗੇ ਬਈ ਇਹਨਾਂ ਦੀ ਆਪ ਦੀ ਜਨਮ ਸ਼ਤਾਬਦੀ ਦੇ ਸਮੇਂ 1972 ਦੇ ਵਿੱਚ ਦਿੱਲੀ ਵਿਖੇ ਭਾਈ ਵੀਰ ਸਿੰਘ ਸਾਹਿਤ ਸਦਨ ਦੀ ਸਥਾਪਨਾ ਹੋਈ ਹੈ, ਠੀਕ ਹੈ ਜੀ। ਤਾਂ ਇਸ ਸੰਸਥਾ ਵੱਲੋਂ ਆਪ ਦੀਆਂ ਕੁਝ ਅਣਪ੍ਰਕਾਸ਼ਿਤ ਗਜ਼ਲਾਂ ਦੀ ਇੱਕ ਪੁਸਤਕ 1987 ਵਿੱਚ ਦੀਵਾਨ ਭਾਈ ਵੀਰ ਸਿੰਘ ਦੇ ਸਿਰਲੇਖ ਹੇਠ ਛਾਪੀ ਗਈ। ਕੁਝ ਉਹਨਾਂ ਦੀਆਂ ਕਵਿਤਾਵਾਂ ਸੀ, ਗਜ਼ਲਾਂ ਸੀਗੀਆਂ ਜਿਹੜੀਆਂ ਅਣਪ੍ਰਕਾਸ਼ਿਤ ਰਹਿ ਗਈਆਂ ਸੀ, ਉਹਨਾਂ ਨੂੰ ਛਾਪਿਆ ਗਿਆ ਆ, ਠੀਕ ਹੈ ਜੀ। ਇਸ ਨਾਲ ਉਹ ਪੰਜਾਬੀ ਗਜ਼ਲ ਦੇ ਮੋਢੀਆਂ ਵਿੱਚ ਵੀ ਸ਼ਾਮਲ ਹੋ ਗਏ। ਅੱਗੇ ਵੀ ਆਪਾਂ ਹੁਣ ਉਹਨਾਂ ਦੀ ਮਾੜਾ ਜਿਹਾ ਪ੍ਰਵਿਰਤੀ ਬਾਰੇ ਪੜ੍ਹ ਲਈਏ ਕਿ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਨਵ ਰਹੱਸਵਾਦੀ ਕਾਵਧਾਰਾ ਦੇ ਮੋਢੀ ਹਨ। ਨਵ ਰਹੱਸਵਾਦੀ ਕਾਵਧਾਰਾ ਨੋਟ ਕਰ ਲੈਣਾ, ਠੀਕ ਹੈ ਜੀ। ਨਵ ਰਹੱਸਵਾਦੀ ਕਾਵਧਾਰਾ ਦੇ ਮੋਢੀ ਆ, ਠੀਕ ਹੈ ਜੀ। ਆਪ ਦੀ ਵਿਚਾਰਧਾਰਾ ਗੁਰਬਾਣੀ ਤੇ ਸਿੱਖ ਸਿਧਾਂਤ ਤੋਂ ਪ੍ਰਭਾਵਿਤ ਹੈ ਤੇ ਆਪ ਨੇ ਜੀਵਨ, ਕੁਦਰਤ ਤੇ ਬ੍ਰਹਿਮੰਡ ਦੇ ਸਾਰੇ ਵਰਤਾਰਿਆਂ ਨੂੰ ਅਧਿਆਤਮਕ ਦ੍ਰਿਸ਼ਟੀਕੋਣ ਤੋਂ ਸਮਝਿਆ ਤੇ ਆਪਣੀ ਕਵਿਤਾ ਰਾਹੀਂ ਪ੍ਰਗਟਾਇਆ, ਠੀਕ ਹੈ। ਤੁਸੀਂ ਕਵਿਤਾਵਾਂ ਉਹਨਾਂ ਦੀਆਂ ਪੜ੍ਹ ਕੇ ਦੇਖ ਲਓ, ਇਹ ਸਾਰੇ ਤੁਹਾਨੂੰ ਜਿਹੜੇ ਰੰਗ ਨੇ ਉੱਥੇ ਮਿਲਣਗੇ, ਠੀਕ ਹੈ ਜੀ। ਤਾਂ ਆਪ ਦੀ ਕਵਿਤਾ ਵਿੱਚ ਪ੍ਰਕਿਰਤਿਕ ਸੁੰਦਰਤਾ ਵਿਸ਼ੇ ਨੋਟ ਕਰ ਲੈਣਾ ਉਹਨਾਂ ਦੀ ਕਵਿਤਾਵਾਂ ਦੇ, ਠੀਕ ਹੈ ਜੀ। ਮਨੁੱਖੀ ਜੀਵਨ, ਮਨੁੱਖ ਤੇ ਬ੍ਰਹਿਮੰਡ ਦਾ ਰਿਸ਼ਤਾ ਆਦਿ ਵਿਸ਼ੇ ਅਪਣਾਏ ਗਏ ਹਨ। ਪ੍ਰਸ਼ਨ ਇੱਥੋਂ ਹੀ ਹੁੰਦਾ, ਜਿਹੜੀ ਲਾਈਨ ਆਪਾਂ ਛੱਡ ਦਿੰਦੇ ਹਾਂ ਤਾਂ ਫਿਰ ਆਪਾਂ ਪੇਪਰ 'ਚ ਕਹਿੰਦੇ ਕਿ ਇਹ ਤਾਂ ਪਤਾ ਨਹੀਂ ਕਿਹੜੀ ਕਿਤਾਬ 'ਚ ਹੋ ਗਿਆ, ਇਹ ਇੱਥੋਂ ਹੀ ਆਇਆ, ਕਿਤਾਬਾਂ ਦੇ ਵਿੱਚੋਂ ਹੀ ਆਇਆ, ਜਿਹੜੀ ਲਾਈਨ ਆਪਾਂ ਛੱਡ ਦਿੰਦੇ ਹਾਂ, ਠੀਕ ਹੈ ਜੀ। ਅੱਗੇ ਵੀ ਰਹੱਸਵਾਦੀ ਵਿਚਾਰਧਾਰਾ ਦੇ ਧਾਰਨੀ ਹੋਣ ਕਰਕੇ ਆਪ ਕੁਦਰਤ ਦੇ ਸਾਰੇ ਵਰਤਾਰੇ ਪਿੱਛੇ ਕਿਸੇ ਅਦ੍ਰਿਸ਼ ਸ਼ਕਤੀ ਅਰਥਾਤ ਰੱਬ ਦਾ ਹੱਥ ਮੰਨਦੇ ਹਨ। ਉਹਨਾਂ ਦੀਆਂ ਬਹੁਤ ਪ੍ਰਸਿੱਧ ਸਤਰਾਂ ਨੇ ਕਵਿਤਾ ਉਹਨਾਂ ਦੀ। ਵੈਰੀ ਨਾਗ ਤੇਰਾ ਪਹਿਲਾ ਝਲਕਾ, ਜਦ ਅੱਖੀਆਂ ਵਿੱਚ ਵੱਜਦਾ, ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਜਦਾ, ਇਹ ਆਪਾਂ ਕੀਤੀਆਂ ਵੀ ਹੋਈਆਂ ਸਤਰਾਂ, ਠੀਕ ਹੈ ਜੀ, ਟੈਸਟਾਂ ਦੇ ਵਿੱਚ। ਅੱਗੇ ਵੀ ਭਾਈ ਵੀਰ ਸਿੰਘ ਪ੍ਰਕਿਰਤੀ ਦੇ ਪੁਜਾਰੀ ਸਨ, ਠੀਕ ਹੈ ਜੀ। ਤਾਂ ਉਹਨਾਂ ਦੇ ਪ੍ਰਕਿਰਤਿਕ ਸੁੰਦਰਤਾ ਉੱਪਰ ਅਨੇਕਾਂ ਕਵਿਤਾਵਾਂ ਲਿਖੀਆਂ। ਵਿਸ਼ੇਸ਼ ਤੌਰ 'ਤੇ ਕਸ਼ਮੀਰ ਦੇ ਕੁਦਰਤੀ ਹੁਸਨ ਉੱਪਰ ਆਪ ਦੀਆਂ ਬਹੁਤੀ ਕਵਿਤਾਵਾਂ ਮਿਲਦੀਆਂ ਹਨ। ਤੁਸੀਂ ਦੇਖਣਾ ETT ਸੈਕੰਡ ਪੇਪਰ ਵਿੱਚ ਭਾਈ ਵੀਰ ਸਿੰਘ ਦੀ ਸਤਰ ਆਈ ਸੀਗੀ, ਠੀਕ ਹੈ ਜੀ। ਮਟਕ ਹੁਲਾਰੇ ਕਾਵ ਸੰਗ੍ਰਹਿ ਵਿੱਚ ਲਗਭਗ ਸਾਰੀਆਂ ਕਵਿਤਾਵਾਂ ਦਾ ਵਿਸ਼ਾ ਜਿਹੜਾ ਹੈ ਕਸ਼ਮੀਰ ਦੀ ਪ੍ਰਕਿਰਤਿਕ ਸੁੰਦਰਤਾ ਹੈ, ਠੀਕ ਹੈ ਜੀ। ਕਸ਼ਮੀਰ ਦੇ ਬਾਰੇ ਉਹਨਾਂ ਨੇ, ਕਸ਼ਮੀਰ ਦੀ ਸੁੰਦਰਤਾ ਦੇ ਬਾਰੇ ਬਹੁਤ ਕਵਿਤਾਵਾਂ ਉਹਨਾਂ ਨੇ ਲਿਖੀਆਂ ਆ। ਹੁਣ ਤੁਹਾਨੂੰ ਇੱਥੇ ਮਟਕ ਹੁਲਾਰੇ ਦਾ ਵੀ ਜਿਹੜਾ ਉਹ ਵਿਸ਼ਾ ਜਿਹੜਾ ਹੈ ਪਤਾ ਲੱਗ ਗਿਆ ਹੋਵੇਗਾ। ਪ੍ਰਕਿਰਤੀ ਆਪ ਲਈ ਖੇੜੇ ਦਾ ਸਾਧਨ ਹੈ, ਠੀਕ ਹੈ ਜੀ। ਖੇੜਾ ਅਰਥਾਤ ਵਿਕਾਸ ਜੀਵਨ ਦਾ ਚਿੰਨ੍ਹ ਹੈ। ਇਹ ਜੀਵਨ ਦੀ ਪ੍ਰਕਿਰਤੀ ਨੂੰ ਸਦੀਵੀ ਤੇ ਅਨੰਤ ਬਣਾਉਂਦਾ ਹੈ, ਠੀਕ ਹੈ। ਇਸ ਤਰ੍ਹਾਂ ਉਹ ਦੱਸਦੇ ਨੇ ਇਸ ਖੇੜੇ ਦੀ ਪ੍ਰਾਪਤੀ ਉਸ ਨੂੰ ਹੁੰਦੀ ਹੈ ਜੋ ਪ੍ਰਕਿਰਤੀ ਦਾ ਭੇਦ ਸਮਝ ਲੈਂਦਾ ਹੈ, ਠੀਕ ਹੈ ਜੀ। ਅੱਗੇ ਉਹਨਾਂ ਦੀਆਂ ਸਤਰਾਂ ਨੇ, ਖੇੜਾ ਭਰਿਆ ਹਰ ਰੁੱਤੇ ਹੈ, ਹਰ ਹਾਲੀ ਹਰ ਜਾਈ, ਖਹਿੜਾ ਛੱਡਿਆ ਜਿਸ ਨੇ ਇਸ ਦਾ ਰਮਜ ਉਸ ਨੇ ਪਾਈ, ਠੀਕ ਹੈ ਜੀ। ਇਹ ਸਾਰੀਆਂ ਸਤਰਾਂ ਨੋਟ ਕਰ ਲੈਣੀਆਂ, ਇਹਨਾਂ ਨੂੰ ਬਸ ਪੜ੍ਹਦੇ ਜਾਣਾ। ਅੱਗੇ ਵੀ ਰੂਪਕ ਪੱਖ ਦੇਖੀਏ ਆਪਾਂ ਇਹਨਾਂ ਦਾ। ਭਾਈ ਵੀਰ ਸਿੰਘ ਨੇ ਪੰਜਾਬੀ ਵਿੱਚ ਰੂਪਕ ਪੱਖ ਤੋਂ ਕਈ ਨਵੀਆਂ ਪਿਰਤਾਂ ਪਾਈਆਂ। ਪਹਿਲਾ ਮਹਾਕਾਵ ਆਪ ਨੇ ਹੀ ਲਿਖਿਆ ਆ, ਭਾਈ ਵੀਰ ਸਿੰਘ ਨੇ ਹੀ ਪਹਿਲਾ ਮਹਾਕਾਵ ਲਿਖਿਆ ਤੇ ਉਹ ਕਿਹੜਾ ਹੈ ਬਈ, ਰਾਣਾ ਸੂਰਤ ਸਿੰਘ, ਠੀਕ ਹੈ ਜੀ। ਇਹ ਕੁਐਸਚਨ ਆਪਾਂ ਕਰ ਚੁੱਕੇ ਹਾਂ। ਇਸ ਰਚਨਾ ਵਿੱਚ ਆਪ ਨੇ ਸਿਰਖੰਡੀ ਛੰਦ ਦੀ ਨਵੀਨ ਢੰਗ ਨਾਲ ਵਰਤੋਂ ਕੀਤੀ ਹੈ, ਠੀਕ ਹੈ ਜੀ। ਇਹ ਛੰਦ ਆਮ ਤੌਰ 'ਤੇ ਯੁੱਧ ਕਾਵਿ ਲਈ ਵਰਤਿਆ ਜਾਂਦਾ ਸੀ, ਪਰ ਭਾਈ ਵੀਰ ਸਿੰਘ ਜੀ ਨੇ ਮਹਾਕਾਵਿ ਵਿੱਚ ਇਸ ਦੀ ਨਿਰੋਲ ਅਧਿਆਤਮਕ ਪ੍ਰੀਤ ਦੇ ਬਿਆਨ ਦੇ ਤੇ ਪ੍ਰਕਿਰਤਿਕ ਵਰਣਨ ਲਈ ਵਰਤਿਆ ਹੈ, ਠੀਕ ਹੈ ਜੀ। ਚਲੋ ਬਈ ਉਹਨਾਂ ਦੀਆਂ ਸਤਰਾਂ ਨੇ, ਚਲੋ ਪੜ੍ਹ ਲੈਂਦੇ ਹਾਂ।
ਚਲੀ ਗਈ ਹੈ ਰਾਤ ਪੱਛੋ ਦੇਸ਼ ਨੂੰ, ਚਾਦਰ ਨਾਲ ਸਮੇਟ ਨੇਰੇ ਵਾਲੜੀ, ਛਿਪਦੇ ਤਾਰੇ ਨਾਲ ਰੂਪ ਲਕਾਵਦੇ, ਪਉ ਫੁੱਟ ਆਈ ਨਾ ਅਜੇ ਆਕਾਸ਼ ਤੋਂ। ਇਹ ਸਾਰਾ ਨੋਟ ਕਰ ਲੈਣਾ, ਠੀਕ ਹੈ ਜੀ ਤੁਸੀਂ। ਅੱਗੇ ਵੀ ਕਵਿਤਾ ਤੋਂ ਬਿਨਾਂ ਆਪਨੇ ਹੋਰ ਨਵੀਨ ਕਾਵ ਰੂਪਾਂ ਵਿੱਚ ਵੀ ਪੰਜਾਬੀ ਕਵਿਤਾ ਨੂੰ ਪਰਿਚਿਤ ਕਰਵਾਇਆ ਹੈ, ਠੀਕ ਹੈ ਜੀ। ਫਾਰਸੀ ਦੇ ਰੁਬਾਈ ਕਾਵ ਰੂਪ ਨਾਲ ਮਿਲਦਾ ਜੁਲਦਾ ਉਹਨਾਂ ਨੇ ਇੱਕ ਛੰਦ ਵੀ ਘੜਿਆ ਹੈ, ਠੀਕ ਹੈ ਜੀ। ਕਿਹੜਾ ਛੰਦ ਘੜਿਆ ਹੈ? ਤੁਰਿਆਈ ਛੰਦ, ਨੋਟ ਕਰ ਲੈਣਾ, ਠੀਕ ਹੈ ਜੀ। ਇਸ ਤੋਂ ਬਿਨਾਂ ਕਵੀ ਗੀਤ ਤੇ ਅੰਗਰੇਜ਼ੀ ਕਾਵ ਰੂਪ ਸੋਨੇਟ ਹੁੰਦਾ 14 ਸਤਰਾਂ ਵਾਲੀ ਕਵਿਤਾ ਵੀ ਸਫਲਤਾਪੂਰਵਕ ਲਿਖੀ ਆ, ਠੀਕ ਹੈ ਜੀ। ਬੋਲੀ ਦੇ ਪੱਖ ਤੋਂ ਭਾਈ ਵੀਰ ਸਿੰਘ ਦੀ ਦੇਣ ਅਮੁੱਲ ਹੈ। ਜਦੋਂ ਆਪ ਨੇ ਪੰਜਾਬੀ ਵਿੱਚ ਰਚਨਾ ਸ਼ੁਰੂ ਕੀਤੀ, ਉਸ ਸਮੇਂ ਪੰਜਾਬੀ ਇੱਕ ਤਿਰਸਕਾਰੀ ਹੋਈ ਸੀ, ਗਵਾਰ ਭਾਸ਼ਾ ਮੰਨੀ ਜਾਂਦੀ ਸੀ। ਭਾਈ ਵੀਰ ਸਿੰਘ ਨੇ ਉਸ ਨੂੰ ਸਾਹਿਤਕ ਠੁੱਕ ਪ੍ਰਦਾਨ ਕੀਤੀ ਤੇ ਸਰਲ ਤੇ ਸਾਦੀ ਸਪਸ਼ਟ ਭਾਸ਼ਾ ਵਿੱਚ ਗੁਰਬਾਣੀ ਦੇ ਦਾਰਸ਼ਨਿਕ ਵਿਚਾਰਾਂ ਨੂੰ ਨਿੱਕੀ ਕਵਿਤਾ ਦੇ ਮਾਧਿਅਮ ਰਾਹੀਂ ਪ੍ਰਗਟਾਇਆ ਹੈ, ਠੀਕ ਹੈ। ਸਿੱਖ ਧਰਮ ਦੇ ਬਾਰੇ ਭਾਈ ਵੀਰ ਸਿੰਘ ਜੀ ਨੇ ਬਹੁਤ ਕੁਛ ਲਿਖਿਆ ਆ। ਸਧਾਰਨ ਜੀਵ ਦੇ ਪ੍ਰਤੀਕਾਂ ਤੇ ਬਿੰਬ ਚਿੱਤਰਾਂ ਰਾਹੀਂ ਅਧਿਆਤਮਕ ਭਾਵਾਂ ਦੀ ਤਰਜਮਾਨੀ ਕੀਤੀ ਹੈ। ਆ ਦੇਖੋ ਅਗਲੀਆਂ ਰਚਨਾਵਾਂ, ਸਤਰਾ ਪੜੋ। ਤਿਲਕ ਗਈ ਮੇਰੇ ਹੱਥ ਦੀ ਪੂਣੀ, ਬੰਦ ਹੋ ਗਈ ਕੁਗੇਂਦੜੀ ਚਰਖੀ, ਅਰਸ਼ਾਂ ਦਾ ਚੰਨ ਜਮੀ ਆ ਖਲੋਤਾ, ਸੂਰਤ ਗਈ ਮੈਥੋਂ ਨਿਰਖੀ ਨਾ ਪਰਖੀ, ਠੀਕ ਹੈ ਜੀ। ਇਹ ਨੋਟ ਕਰ ਲੈਣਾ। ਇੱਥੋਂ ਹੀ ਸਤਰਾਂ ਆ ਜਾਂਦੀਆਂ, ਫਿਰ ਸਾਨੂੰ ਪੇਪਰ 'ਚ ਪਤਾ ਨਹੀਂ ਲੱਗਦਾ ਵੀ ਇਹ ਸਤਰਾਂ ਕਿਸ ਦੀਆਂ ਨੇ, ਠੀਕ ਹੈ ਨਾ। ਆਪ ਦੀ ਸ਼ਬਦਾਵਲੀ ਬਿੰਬਾਂ ਅਲੰਕਾਰਾਂ ਤੇ ਕਿਤੇ ਕਿਤੇ ਵਿਚਾਰ ਉੱਪਰ ਸੂਫੀ ਕਾਵ ਦਾ ਪ੍ਰਭਾਵ ਵੀ ਪ੍ਰਤੱਖ ਹੈ। ਸਮੁੱਚੇ ਤੌਰ 'ਤੇ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਕਲਾਸਿਕ ਸਨਾਤਨੀ ਕਵੀ ਹਨ, ਠੀਕ ਹੈ ਜੀ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਉਮੀਦ ਹੈ ਕਿ ਭਾਈ ਵੀਰ ਸਿੰਘ ਵਾਲਾ ਵਿਸ਼ਾ ਜਿਹੜਾ ਹੈ, ਭਾਈ ਵੀਰ ਸਿੰਘ ਦਾ ਜਿਹੜਾ ਆਪਾਂ ਅੱਜ ਟੌਪਿਕ ਕੀਤਾ ਹੈ, ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ETT ਵਾਲੇ ਕੋਈ ਵੀ ਇਹ ਵੀਡੀਓ ਛੱਡਣਾ ਨਾ, ਮਾਸਟਰ ਕੇਡਰ ਵੀ ਦੇਖਣਾ, ਠੀਕ ਹੈ ਜੀ। ਅਤੇ ਇਹ ਕਰਵਾਉਣ ਦਾ ਮੇਰਾ ਮਕਸਦ ਇਹ ਸੀ ਕਿ ਇੱਕ ਵਾਰੀ ਥਿਊਰੀ ਵੀ ਕਰ ਲਈ ਜਾਵੇ, ਠੀਕ ਹੈ ਨਾ। ਉਸ ਤੋਂ ਬਾਅਦ ਕਿਉਂਕਿ ਮੈਂ ਸਿੱਧੇ MCQ ਕਰਵਾ ਰਹੀ ਹਾਂ, ਉੱਧਰ ਤਾਂ ਫਿਰ ਕਾਫੀ ਜਿਹੜੇ ਸਾਥੀ ਨੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਠੀਕ ਹੈ ਜੀ। ਇਸ ਕਰਕੇ ਹੁਣ ਇਹ ਕਰ ਲੈਣਾ ਨੋਟ, ਅਤੇ ਬਾਕੀ ਦੇ MCQ ਜਿਹੜੇ ਹੈ ਉਹ ਚੱਲ ਹੀ ਰਹੇ ਨੇ, ਠੀਕ ਹੈ ਜੀ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।